ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਾਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂ ਨਾਹੀ ਵਿਸਰਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂ ਨਾਹੀ ਵਿਸਰਿਆ। ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਦਿ ਪੁਰਖ ਆਦੇਸ ਆਦਿ ਵਖਾਣਿਆ, ਸੋ ਸਤਿਗੁਰ ਸੱਚਾ ਵੇਸ ਸ਼ਬਦ ਸਿਆਣਿਆ। ਸ਼ਬਦ ਸੁਰਤ ਉਪਦੇਸ ਸੱਚ ਸਮਾਣਿਆ। ਸਾਧ ਸੰਗਤ ਸੱਚ ਦੇਸ ਘਰ ਪਰਵਾਣਿਆ। ਪ੍ਰੇਮ ਭਗਤ ਆਵੇਸ ਸਹਿਜ ਸਮਾਣਿਆ। ਭਗਤ ਵਛਲ ਪਰਵੇਸ ਮਾਣ ਨਿਮਾਣਿਆ। ਬ੍ਰਹਮਾ ਵਿਸ਼ਨ ਮਹੇਸ਼ ਅੰਤ ਨਾ ਜਾਣਿਆ। ਸਿਮਰ ਸਹਿਸ ਫਣ ਸੇਸ ਤਿਲ ਨਾ ਪਛਾਣਿਆ। ਗੁਰਮੁਖ ਦਰ ਦਰਵੇਸ ਸੱਚ ਸੁਹਾਣਿਆ। ਗੁਰਮੁਖ ਦਰ ਦਰਵੇਸ ਸੱਚ ਸੁਹਾਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ ਹਜ਼ੂਰ ਦਾ ਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਪਿਤਾ ਪਰਮੇਸ਼ਰ ਜੀ ਦੀ ਪਾਵਨ ਬਖਸ਼ਿਸ਼ ਰਹਿਮਤ ਦੇ ਸਦਕਾ ਜੋ ਭਾਈ ਗੁਰਦਾਸ ਜੀ ਦੀਆਂ ਇਹ ਪਾਵਨ ਵਾਰਾਂ ਦੀ ਲੜੀਵਾਰ ਕਥਾ ਪ੍ਰਾਰੰਭ ਹੋਈ। ਗੁਰੂ ਰਹਿਮਤ ਦੇ ਸਦਕਾ 2 ਵਾਰਾਂ ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤੀਆਂ ਨੇ। ਤੀਸਰੀ ਪਾਵਨ ਵਾਰ ਪਹਿਲੀ ਪੌੜੀ ਪਾਠ ਰੂਪ ਵਿੱਚ ਸਰਵਣ ਕੀਤੀ ਹੈ। ਸੋ ਆਓ ਭਾਈ ਸਾਹਿਬ ਜੀ ਦੀ ਇਸ ਮਹਾਨ ਪਵਿੱਤਰ ਪਾਵਨ ਰਚਨਾ ਦੀ ਵਿਆਖਿਆ ਕਥਾ ਪ੍ਰਾਰੰਭ ਕਰੀਏ, ਵਿਚਾਰ ਪ੍ਰਾਰੰਭ ਕਰੀਏ। ਅਰਦਾਸ ਕਰੋ ਮਾਲਕ ਜੀ ਆਪ ਰਹਿਮਤ ਦਾ ਹੱਥ ਸਿਰ ਤੇ ਰੱਖ ਕੇ ਕੁਝ ਕਹਿਣ ਸੁਣਨ ਦੀ ਸਮਰੱਥਾ ਬਖਸ਼ਿਓ। ਸੋ ਆਓ ਜਿਤਨੇ ਵੀ ਆਪ ਸਰਵਣ ਕਰ ਰਹੇ ਹੋ ਪਿਆਰ ਸਹਿਤ ਉਚਾਰਨ ਕਰੋ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਭਾਈ ਸਾਹਿਬ ਜੀ ਆਪਣੀ ਇਸ ਪਾਵਨ ਤੀਸਰੀ ਵਾਰ ਦੀ ਪ੍ਰਾਰੰਭਤਾ ਕਰਦੇ ਹਾਂ। ਸਭ ਤੋਂ ਪਹਿਲਾਂ ਪਹਿਲੀ ਪੌੜੀ ਦੀ ਪ੍ਰਾਰੰਭਤਾ ਕਰਦੇ ਹਾਂ। ਉਸ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਦਾ ਮੰਗਲ ਕਰਦੇ ਨੇ। ਉਹ ਇੱਕ ਹੈ, ਇੱਕ ਓੰਕਾਰ। ਉਹ ਇੱਕ ਹੈ ਕਰਤਾ ਅਕਾਲ ਪੁਰਖ। ਸਾਰੇ ਰੂਪ ਰੇਖ ਰੰਗ ਚੱਕਰ ਚਿੰਨ੍ਹ ਭੇਦਾਂ ਵਰਨਾ ਆਦਿਕ ਤੋਂ ਪਰੇ ਹੈ। ਉਹ ਕੇਵਲ ਅਦੁੱਤੀਏ ਪਾਰ ਬ੍ਰਹਮ ਹੈ। ਉਹ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਸਤਿਗੁਰ ਪੂਰਾ ਸਤਿਚਿਤ ਆਨੰਦ ਸਰੂਪ ਜੋ ਪੂਰਾ ਸੱਚਾ ਗੁਰੂ ਹੈ, ਉਹਦੀ ਪ੍ਰਸਾਦ, ਉਹਦੀ ਕਿਰਪਾ ਰਹਿਮਤ ਦੇ ਦੁਆਰਾ ਉਹ ਇੱਕ ਜੋ ਅਦੁੱਤੀਏ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਹੁੰਦੀ ਹੈ। ਸੋ ਇਸੇ ਤਰ੍ਹਾਂ ਅੱਜ ਦੀ ਪਹਿਲੀ ਪੌੜੀ ਦੇ ਅੰਦਰ ਕਰਤੇ ਅਕਾਲ ਪੁਰਖ ਪਰਮੇਸ਼ਰ ਦਾ ਮੰਗਲਾਚਰਨ ਕਰਦੇ ਨੇ। ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ 'ਤੇ ਨਮਸਕਾਰ ਕਰਦੇ ਨੇ। ਸੋ ਜਿਵੇਂ ਪਿਛਲੀਆਂ ਪੌੜੀਆਂ ਦੇ ਵਿੱਚ ਆਪਾਂ ਸਰਵਣ ਕੀਤਾ ਹੈ, ਅਕਾਲ ਪੁਰਖ ਪਰਮੇਸ਼ਰ
ਸਾਰੀ ਸ੍ਰਿਸ਼ਟੀ ਦੇ ਕਣ-ਕਣ ਦੇ ਅੰਦਰ, ਜਰਰੇ ਦੇ ਅੰਦਰ ਉਹ ਰਮਿਆ ਹੈ। ਉਹ ਸਰਬੱਤਰ ਵਿਆਪਕ ਹੈ। ਸੋ ਅੱਜ ਉਸੇ ਪਰਮੇਸ਼ਰ ਦੀ ਉਸਤਤ ਕਰਦੇ ਹਾਂ, ਉਹਦੇ ਚਰਨਾਂ 'ਚ ਨਮਸਕਾਰ ਕਰਦੇ ਨੇ। ਪਹਿਲੀ ਇਸ ਪਾਵਨ ਪੌੜੀ ਵਿੱਚ ਜ਼ਿਕਰ ਕਰਦੇ ਨੇ, ਆਦਿ ਪੁਰਖ ਆਦੇਸ, ਆਦਿ ਵਖਾਣਿਆ। ਆਦਿ ਪੁਰਖ ਭਾਵ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ। ਫਿਰ ਦੂਸਰਾ ਆਦਿ ਪੁਰਖ ਧੰਨ ਗੁਰੂ ਨਾਨਕ ਦੇਵ ਮਹਾਰਾਜ, ਕਿਉਂਕਿ ਪੁਰਖ ਦੇ ਅੰਦਰ ਜਦੋਂ ਜ਼ਿਕਰ ਕਰਾਂਗੇ ਤਾਂ ਸੰਸਾਰ ਦੇ ਅੰਦਰ ਬੜੇ ਬੜੇ ਅਵਤਾਰ ਰਹਿਬਰ ਪੈਗੰਬਰ ਆਏ, ਪਰ ਉਹ ਪੁਰਖ ਰੂਪ ਦੇ ਵਿੱਚ ਨਹੀਂ ਸਨ। ਉਹ ਦੇਵਤੇ ਰੂਪ ਦੇ ਵਿੱਚ, ਕਿਤੇ ਵਿਸ਼ਨੂੰ ਹੈ, ਕਿਤੇ ਸ਼ਿਵ ਹੈ, ਕਿਤੇ ਰਾਮ ਅਵਤਾਰ ਹੈ, ਕਿਤੇ ਕ੍ਰਿਸ਼ਨ ਅਵਤਾਰ ਹੈ। ਉਹ ਦੇਵਤਿਆਂ ਦੇ ਰੂਪ ਵਿੱਚ ਹਨ। ਪਰ ਜਦੋਂ ਆਮ ਜੋ ਸੰਸਾਰ ਦੇ ਉੱਤੇ ਪੰਜ ਭੂਤਿਕ ਸਰੀਰ ਨੂੰ ਲੈ ਕਰਕੇ ਆਉਣਾ, ਤੇ ਜੋ ਆਮ ਲੋਕਾਈ ਦੇ ਗ੍ਰਸਤੀ ਲੋਕ ਹਨ, ਇਸ ਤਰ੍ਹਾਂ ਗ੍ਰਸਤੀਆਂ ਦੇ ਜੀਵਨ ਨੂੰ ਜਿਉਣਾ, ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਇੱਕ ਪੁਰਖ ਦੇ ਰੂਪ ਅੰਦਰ, ਪੁਰਖ ਭਗਵੰਤ ਦੇ ਰੂਪ ਅੰਦਰ ਸਿਰਫ ਗੁਰੂ ਨਾਨਕ ਮਹਾਰਾਜ ਇਸ ਸ੍ਰਿਸ਼ਟੀ ਤੇ ਆਏ। ਸੋ ਇਸ ਕਰਕੇ ਆਦਿ ਪੁਰਖ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲ ਵੀ ਇਸ ਪੌੜੀ ਦਾ ਇਸ਼ਾਰਾ ਹੈ, ਨਮਸਕਾਰ ਹੈ। ਗੁਰੂ ਨਾਨਕ ਪਾਤਸ਼ਾਹ ਦੀ ਵੀ ਵਡਿਆਈ ਹੈ। ਤੇ ਆਦਿ ਪੁਰਖ ਆਦੇਸ, ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਵੱਲ, ਜਿਹਨੂੰ ਜਪਦੀ ਪਾਵਨ ਬਾਣੀ ਅੰਦਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਦੇਸ ਤਿਸੈ ਆਦੇਸ, ਕਿਨੂੰ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਜਿਹੜਾ ਜੁਗਾਂ ਜੁਗਾਂਤਰਾਂ ਤੋਂ ਇੱਕੋ ਵੇਸ ਧਾਰਨ ਕਰਦਾ, ਨਾ ਉਹਦੇ ਅੰਦਰ ਬਚਪਨਾ, ਨਾ ਜਵਾਨੀ, ਨਾ ਬੁਢੇਪਾ। ਇਹ ਤਿੰਨ ਅਵਸਥਾ ਉਹਦੇ ਅੰਦਰ ਨਹੀਂ ਆਉਂਦੀਆਂ। ਜੁਗਾਂ ਜੁਗਾਂਤਰਾਂ ਤੋਂ ਜਿਹਦਾ ਇੱਕੋ ਵੇਸ ਹੈ, ਇੱਕੋ ਸਰੂਪ ਹੈ, ਉਹਦੇ ਅੱਗੇ ਸਾਡੀ ਨਮਸਕਾਰ ਹੈ। ਸੋ ਇਸੇ ਲਈ ਭਾਈ ਸਾਹਿਬ ਵੀ ਕਹਿੰਦੇ ਆਦਿ ਪੁਰਖ ਆਦੇਸ, ਆਦਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਅਤੇ ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਨੂੰ ਸਾਡੀ ਨਮਸਕਾਰ ਹੈ। ਆਦਿ ਵਖਾਣਿਆ, ਜਿਨ੍ਹਾਂ ਨੇ ਆਦਿ, ਇਹ ਸਾਰਾ ਪ੍ਰਪੰਚ ਕਰਤਾ ਅਕਾਲ ਪੁਰਖ ਪਰਮੇਸ਼ਰ ਨੇ ਜਿਹੜਾ ਇਹਨੂੰ, ਇਹ ਕਾਰਨ ਜਿਹੜਾ ਸੀ ਆਦਿ, ਸਾਰਾ ਕਾਰਨ ਜਿਹੜਾ ਸੀ ਇਹਨੂੰ ਵਖਾਣ ਕੀਤਾ ਹੈ। ਸੋ ਸਤਿਗੁਰ ਸੱਚਾ ਵੇਸ, ਸ਼ਬਦ ਸਿਆਣਿਆ। ਉਹੀ ਸਤਿਗੁਰੂ ਸੱਚੇ ਰੂਪ ਵਾਲਾ ਪੂਰਾ ਗੁਰੂ ਹੈ, ਜਿਸ ਨੇ ਸ਼ਬਦ ਸਿਆਣਿਆ, ਜਿਸ ਨੇ ਸ਼ਬਦ ਦੇ ਦੁਆਰਾ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਨੂੰ ਪਹਿਚਾਣਿਆ ਹੈ। ਭਾਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਸਤਿਗੁਰੂ ਹਨ, ਜਿਨ੍ਹਾਂ ਨੇ ਸ਼ਬਦ ਦੇ ਦੁਆਰਾ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੀ ਪਹਿਚਾਣ ਕੀਤੀ ਹੈ। ਸ਼ਬਦ ਸੁਰਤ ਉਪਦੇਸ, ਸੱਚ ਸਮਾਣਿਆ। ਫਿਰ ਜਿਨ੍ਹਾਂ ਨੇ ਸ਼ਬਦ ਸੁਰਤ ਦੇ ਉਪਦੇਸ਼ ਦੇ ਨਾਲ ਜਗਿਆਸੂਆਂ ਦੇ ਅੰਦਰ ਸੱਚ ਸਮਾਣਿਆ, ਜਗਿਆਸੂਆਂ ਨੂੰ ਸੱਚ ਦਾ ਉਪਦੇਸ਼ ਦਿੱਤਾ, ਤੇ ਜਿਨ੍ਹਾਂ ਨੇ ਇਸ ਪਾਵਨ ਸੱਚ ਦੇ ਉਪਦੇਸ਼ ਨੂੰ ਕਮਾਇਆ, ਇਸ ਸੱਚ ਦੇ ਉਪਦੇਸ਼ ਨੂੰ ਜ਼ਿੰਦਗੀ 'ਚ ਧਾਰਨ ਕਰ ਲਿਆ, ਸ਼ਰਵਣ ਮਨਨ ਨਿਧਿਆਸਨ ਕੀਤਾ, ਤਾਂ ਸੱਚ ਸਮਾਣਿਆ। ਉਹ ਉਸ ਮਹਾਨ ਸੱਚ ਅਕਾਲ ਪੁਰਖ ਪਰਮੇਸ਼ਰ ਦੇ ਅੰਦਰ ਸਮਾ ਗਏ ਹਨ। ਸਾਧ ਸੰਗਤ ਸੱਚ ਦੇਸ, ਘਰ ਪਰਵਾਣਿਆ। ਫਿਰ ਸਾਧ ਸੰਗਤ ਦਾ ਸੱਚਾ ਉਪਦੇਸ਼, ਇਹ ਉਹੀ ਘਰ ਜਿਹੜਾ ਹੈ, ਸਾਧ ਸੰਗਤ ਰੂਪੀ ਘਰ ਜਿਹੜਾ ਪਰਵਾਣਿਆ, ਪ੍ਰਮਾਣਿਕ ਹੈ। ਭਾਵ ਜੋ ਸਾਧ ਸੰਗਤ ਹੈ, ਇਹ ਕਰਤੇ ਦਾ ਘਰ, ਇਹ ਪ੍ਰਮਾਣਿਕ ਘਰ ਹੈ। ਜਿਵੇਂ ਆਪਾਂ ਸੰਸਾਰ ਦੇ ਵਿੱਚ ਕੋਈ ਸੰਸਥਾ ਹੋਵੇ, ਆਪਾਂ ਕਹਿੰਦੇ ਇਹ ਪ੍ਰਮਾਣਿਕ ਹੈ। ਕੋਈ ਸਕੂਲ ਹੋਵੇ, ਆਪਾਂ ਕਹਿੰਦੇ ਇਹ ਗੌਰਮੈਂਟ ਤੋਂ, ਸਰਕਾਰ ਤੋਂ ਪ੍ਰਮਾਣਿਕ ਹੈ, ਇਹ ਪ੍ਰਮਾਣ ਕੀਤਾ ਹੋਇਆ ਹੈ, ਇਹ ਰਜਿਸਟਰਡ ਕੀਤਾ ਹੋਇਆ। ਸੋ ਇਸੇ ਤਰ੍ਹਾਂ ਜੋ ਸਾਧ ਸੰਗਤ ਹੈ, ਉਸ ਸੱਚੇ ਕਰਤੇ ਦਾ ਘਰ ਹੈ, ਪ੍ਰਮਾਣ ਰੂਪੀ ਘਰ ਹੈ, ਜਿਸ ਦੇ ਵਿੱਚ ਸੱਚ ਦਾ ਉਪਦੇਸ਼ ਜਿਹੜਾ ਉਹ ਦਿੱਤਾ ਜਾਂਦਾ ਹੈ। ਇਹ ਸੱਚਾ ਦੇਸ਼ ਹੈ। ਪ੍ਰੇਮ ਭਗਤ ਆਵੇਸ, ਸਹਿਜ ਸਮਾਣਿਆ। ਤੇ ਪ੍ਰੇਮ ਭਗਤ, ਜਿੱਥੇ ਕੇਵਲ ਪ੍ਰੇਮਾ ਭਗਤੀ ਵਿੱਚ ਹੀ ਪ੍ਰਵੇਸ਼ ਹੈ, ਪ੍ਰੇਮਾ ਭਗਤੀ ਹੀ ਸਾਧ ਸੰਗਤ ਦੇ ਵਿੱਚ ਵਰਤਦੀ ਹੈ। ਤੇ ਜੋ ਇਸ ਪ੍ਰੇਮਾ ਭਗਤੀ ਦੇ ਵਿੱਚ ਆਉਂਦਾ ਹੈ, ਸਹਿਜ ਸਮਾਣਿਆ, ਉਹ ਸਹਿਜ ਸਰੂਪ ਦੇ ਅੰਦਰ ਸਮਾ ਜਾਂਦਾ ਹੈ। ਭਾਵ ਇਹ ਕਰਤੇ ਪਰਮੇਸ਼ਰ ਦੀ ਵਡਿਆਈ ਕੀਤੀ ਜਾ ਰਹੀ ਹੈ ਕਿ ਉਹਦੇ ਚਰਨਾਂ 'ਤੇ ਸਾਡੀ ਨਮਸਕਾਰ ਹੈ, ਜਿਸ ਦਾ ਐਸਾ ਉਪਦੇਸ਼ ਹੈ, ਫਿਰ ਜਿਸ ਦਾ ਐਸਾ ਘਰ ਹੈ, ਜਿਸ ਘਰ ਦੇ ਵਿੱਚ ਕੋਈ ਆਉਂਦਾ ਹੈ, ਸ਼ਬਦ ਨੂੰ ਸੁਣਦਾ ਹੈ, ਤਾਂ ਉਹ ਸਹਿਜ ਅਵਸਥਾ ਦੇ ਵਿੱਚ ਸਮਾ ਜਾਂਦਾ ਹੈ। ਭਗਤ ਵਛਲ ਪਰਵੇਸ, ਮਾਣ ਨਿਮਾਣਿਆ। ਫਿਰ ਜੇ ਪੁੱਛੀਏ
ਕਿ ਭਾਈ ਸਾਹਿਬ ਜੀ ਜਿਹੜੇ ਇਸ ਤਰ੍ਹਾਂ ਭਗਤੀ ਕਰਦਿਆਂ, ਪ੍ਰੇਮ ਕਰਦਿਆਂ ਸਹਿਜ ਅਵਸਥਾ ਵਿੱਚ ਸਮਾ ਜਾਂਦੇ ਨੇ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਸੁਭਾਅ, ਉਹਨਾਂ ਦਾ ਜੀਵਨ ਜਿਹੜਾ ਉਹ ਕਿਸ ਤਰ੍ਹਾਂ ਦਾ ਹੈ। ਤਾਂ ਭਾਈ ਸਾਹਿਬ ਜ਼ਿਕਰ ਕਰਦੇ, ਕਹਿੰਦੇ ਜਿਹੜੇ ਇਸ ਤਰ੍ਹਾਂ ਪ੍ਰੇਮਾ ਭਗਤੀ ਵਿੱਚ ਸਮਾ ਜਾਂਦੇ, ਭਗਤ ਵਛਲ ਪਰਵੇਸ਼, ਜੋ ਭਗਤੀ ਕਰਦਿਆਂ ਕਰਦਿਆਂ ਵਛਲ, ਉਹ ਛਲ ਤੋਂ ਰਹਿਤ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਜਿਨ੍ਹਾਂ ਦਾ ਪ੍ਰਵੇਸ਼ ਹੁੰਦਾ ਹੈ, ਸਰੂਪ ਜਿਨ੍ਹਾਂ ਦਾ ਜਿਹੜਾ ਹੈ ਸਮਾ ਜਾਂਦਾ ਹੈ, ਉਹ ਮਾਣ ਨਿਮਾਣਿਆ, ਉਹ ਨਿਮਾਣਿਆਂ ਦੇ ਤਰ੍ਹਾਂ ਰਹਿੰਦੇ ਹਨ, ਜਿਹਨੂੰ ਬਾਣੀ ਅੰਦਰ ਸਾਹਿਬ ਕਹਿੰਦੇ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇੰਨਾ ਮਾਣ ਹੁੰਦਾ ਉਹਨਾਂ ਦੇ ਕੋਲ, ਫਿਰ ਵੀ ਨਿਮਾਣੇ ਹੋ ਕਰਕੇ ਸੰਸਾਰ ਤੇ ਰਹਿੰਦੇ ਹਨ। ਬਹੁਤ ਤਾਨ ਹੁੰਦਾ ਹੈ, ਜਿੱਥੇ ਭਗਤਾਂ ਦੇ ਜੀਵਨ ਪੜ੍ਹਦੇ, ਕਹੇ ਤਾਂ ਧਰਨ ਏਕੋਡੀ ਕਰੋ। ਭਗਤ ਨਾਮਦੇਵ ਜੀ ਨੂੰ ਅਕਾਲ ਪੁਰਖ ਕਹਿੰਦਾ, ਤੂੰ ਇੱਕ ਵਾਰ ਹੁਕਮ ਤੇ ਕਰ, ਮੈਂ ਧਰਤੀ ਨੂੰ ਪਲਟਾ ਕੇ ਰੱਖ ਦੇਵਾਂ, ਪਰ ਤਾਣ ਹੁੰਦੇ ਹੋਏ ਨਿਤਾਣਾ। ਸੋ ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਨੇ, ਉਹਨਾਂ ਦੀ ਅਵਸਥਾ ਕੀ ਬਣਦੀ ਹੈ, ਮਾਣ ਨਿਮਾਣਿਆ, ਰਹਿ ਨਿਮਾਨਣੀਆਂ, ਉਹਨਾਂ ਦੀ ਇਹ ਅਵਸਥਾ ਬਣ ਜਾਂਦੀ, ਉਹ ਮਾਣ ਹੁੰਦੇ ਆ, ਨਿਮਾਣੇ ਹੁੰਦੇ ਹਨ। ਬ੍ਰਹਮਾ ਵਿਸ਼ਨ ਮਹੇਸ਼ ਅੰਤ ਨਾ ਜਾਣਿਆ, ਬ੍ਰਹਮਾ ਨੇ, ਵਿਸ਼ਨੂੰ ਨੇ, ਮਹੇਸ਼ ਸ਼ਿਵ ਜੀ ਨੇ, ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦਾ, ਆਦਿ ਪੁਰਖ ਗੁਰੂ ਨਾਨਕ ਪਾਤਸ਼ਾਹ ਜੀ ਦਾ ਕੋਈ ਅੰਤ ਜਿਹੜਾ ਸੀ ਇਹਨਾਂ ਸਾਰਿਆਂ ਨੇ ਨਹੀਂ ਜਾਣਨਾ ਕੀਤਾ। ਸਿਮਰ ਸਹਿਸ ਫਣ ਸ਼ੇਸ਼ ਤਿਲ ਨਾ ਪਛਾਣਿਆ, ਤੇ ਫਿਰ ਜਿਹੜਾ ਸ਼ੇਸ਼ ਨਾਗ ਹਜ਼ਾਰ ਫਣਾਂ ਵਾਲਾ, ਜਿਹੜਾ ਰੋਜ਼ ਆਪਣੇ ਹਜ਼ਾਰ ਮੁਖਾਂ ਦੇ ਨਾਲ, ਹਜ਼ਾਰ ਫਣਾਂ ਦੇ ਨਾਲ, ਹਜ਼ਾਰ ਜਿਹਬਾ ਦੇ ਨਾਲ ਰੋਜ਼ ਕਰਤੇ ਪਰਮੇਸ਼ਰ ਦੇ ਨਵੇਂ ਤੋਂ ਨਵੇਂ ਨਾਮ ਜਿਹੜੇ ਉਚਾਰਨ ਕਰਦਾ ਹੈ। ਇੰਜ ਵੀ ਗ੍ਰੰਥਾਂ ਵਿੱਚ ਪੜ੍ਹੀਦਾ ਹੈ ਕਿ ਉਹ ਜੋ ਨਾਮ ਇੱਕ ਵਾਰ ਉਚਾਰਨ ਕਰ ਦਵੇ, ਦੁਬਾਰਾ ਉਸ ਨਾਮ ਨੂੰ ਉਚਾਰਨ ਨਹੀਂ ਕਰਦਾ। ਉਹ ਕੋਈ ਅੱਜ ਤੋਂ ਨਹੀਂ ਲੱਗਾ, ਯੁੱਗਾਂ ਪ੍ਰਯੁੱਗਾਂ ਤੋਂ ਪਰਮੇਸ਼ਰ ਦੇ ਨਵੇਂ ਨਵੇਂ ਨਾਮ ਜਿਹੜੇ ਉਚਾਰਨ ਕਰਦਾ, ਪਰ ਫਿਰ ਵੀ ਉਹਦੇ ਤੋਂ ਉਸ ਕਰਤੇ ਪਰਮੇਸ਼ਰ ਦੇ ਨਾਵਾਂ ਦਾ ਅੰਤ ਨਹੀਂ ਪਾਇਆ ਗਿਆ। ਅੰਤ ਪਾਉਣਾ ਤੇ ਬਹੁਤ ਦੂਰ ਦੀ ਗੱਲ ਹੈ। ਭਾਈ ਗੁਰਦਾਸ ਜੀ ਇੱਥੇ ਕਹਿੰਦੇ ਨੇ, ਤਿਲ ਨਾ ਪਛਾਣਿਆ, ਉਸ ਹਜ਼ਾਰ ਫਣਾਂ ਵਾਲੇ ਸ਼ੇਸ਼ ਨਾਗ ਨੇ ਵੀ ਕਰਤੇ ਪਰਮੇਸ਼ਰ ਦੀ ਵਡਿਆਈ, ਉਹਦਾ ਜਸ, ਉਹਦੇ ਨਾਵਾਂ ਨੂੰ ਤਿਲ ਮਾਤਰ ਵੀ ਜਿਹੜਾ ਹੈ ਉਹ ਨਹੀਂ ਜਾਣਿਆ, ਨਾ ਪਹਿਚਾਣ ਸਕਿਆ, ਨਾ ਉਹਦਾ ਤਿਲ ਮਾਤਰ ਵੀ ਕੋਈ ਅੰਤ ਜਿਹੜਾ ਨਹੀਂ ਪਾ ਸਕਿਆ। ਗੁਰਮੁਖ ਦਰ ਦਰਵੇਸ ਸੱਚ ਸੁਹਾਣਿਆ। ਅਖੀਰ ਪੌੜੀ ਦੀ ਸੰਪੂਰਨਤਾ ਕਰਕੇ ਕਹਿੰਦੇ ਨੇ, ਜਿਹੜੇ ਗੁਰਮੁਖ ਪਿਆਰੇ ਹਨ, ਦਰ ਦਰਵੇਸ, ਜੋ ਸਤ ਸੰਗਤ ਦੇ ਦਰਵੇਸ਼ ਹੋ ਗਏ, ਜੋ ਗੁਰੂ ਘਰ ਦੇ ਚਾਕਰ ਹੋ ਗਏ, ਜਿਨ੍ਹਾਂ ਦੀ ਇਹ ਅਵਸਥਾ ਬਣ ਗਈ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਜਿਨ੍ਹਾਂ ਦੀ ਇਹ ਅਵਸਥਾ ਬਣ ਗਈ, ਹਮ ਲਾਲੇ ਗੋਲੇ ਗੁਰ ਸਿੱਖਾਂ ਕੇ। ਤੇ ਭਾਈ ਗੁਰਦਾਸ ਜੀ ਕਹਿੰਦੇ ਸੱਚ ਸੁਹਾਣੇ ਆ, ਉਹਨਾਂ ਨੂੰ ਸੱਚ ਜਿਹੜਾ ਉਹ ਸੋਹਣਾ ਲੱਗਦਾ, ਉਹ ਸੱਚ ਦੇ ਨਾਲ ਪ੍ਰੇਮ ਕਰਦੇ ਨੇ, ਉਹ ਸੱਚ ਨੂੰ ਜ਼ਿੰਦਗੀ ਦੇ ਅੰਦਰ ਧਾਰਨ ਕਰਦੇ ਨੇ। ਕੇਵਲ ਉਹ ਜਿਹੜੇ ਸੰਗਤ ਦੇ ਦਰਵੇਸ਼ ਹੋ ਜਾਂਦੇ ਨੇ, ਜਿਹੜੇ ਸੰਗਤ ਦੇ ਵਿੱਚ ਦਾਸ ਹੋ ਜਾਂਦੇ ਨੇ, ਸੰਗਤ ਦੇ ਵਿੱਚ ਆ ਕਰਕੇ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਪ੍ਰੇਮ ਕਰਦੇ ਨੇ, ਉਹਨਾਂ ਨੂੰ ਫਿਰ ਗੁਰੂ ਕਾ ਸੱਚਾ ਸ਼ਬਦ, ਗੁਰੂ ਕੇ ਸੱਚੇ ਸਿਧਾਂਤ, ਗੁਰੂ ਕਾ ਸੱਚਾ ਇਤਿਹਾਸ ਜਿਹੜਾ ਉਹ ਬੜਾ ਸੋਹਣਾ ਤੇ ਪ੍ਰਮਾਣਿਕ ਲੱਗਦਾ ਹੈ। ਸੋ ਇਸ ਤੀਸਰੀ ਵਾਰ ਦੀ ਪਹਿਲੀ ਪੌੜੀ ਦੇ ਵਿੱਚ ਭਾਈ ਸਾਹਿਬ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੋ ਆਦਿ ਪੁਰਖ ਹਨ, ਉਹਨਾਂ ਦੀ ਵਡਿਆਈ ਕਰਕੇ ਜ਼ਿਕਰ ਕੀਤਾ ਕਿ ਤਿੰਨੇ ਦੇਵਤੇ, ਫਿਰ ਸ਼ੇਸ਼ ਨਾਗ ਆਦਿਕ ਜਿਹੜੇ ਤਿਲ ਮਾਤਰ ਵੀ ਗੁਰੂ ਕੀ ਵਡਿਆਈ ਨੂੰ ਨਹੀਂ ਜਾਣਦੇ। ਗਿਆਨੀ ਲੋਕ ਜਿਹੜੇ ਉਹ ਇਸ ਪਾਵਨ ਪੌੜੀ ਦਾ ਅਰਥ ਜਿਹੜਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਕਰਦੇ ਨੇ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਮੈਂ ਜ਼ਿਕਰ ਕੀਤਾ ਆਦਿ ਪੁਰਖ ਹਨ। ਸੋ ਇਹ ਮੰਗਲਾਚਰਨ ਦੀ ਪੌੜੀ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਵਿੱਚ ਵੀ ਹੈ, ਤੇ ਬਹੁਤ ਜ਼ਿਆਦਾ ਸੱਜਣ ਗੁਰਮੁਖ ਪਿਆਰੇ ਵਿਦਵਾਨ ਗੁਣੀ ਜਨ ਪੰਥ ਦੇ ਜਿਹੜੇ ਹਨ, ਉਹ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਵੱਲ ਅਗਲੀਆਂ ਸਾਰੀਆਂ ਤੁਕਾਂ ਦਾ ਅਰਥ ਜਿਹੜਾ ਉਹਦੇ ਵੱਲ ਕਰਦੇ। ਸੋ ਕਹਿਣ ਦਾ ਭਾਵ ਇਹ ਹੈ ਕਿ ਇਸ ਪੌੜੀ ਦੇ ਅੰਦਰ ਉਸ ਕਰਤੇ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਨੂੰ ਨਮਸਕਾਰ ਤੇ ਉਹਦੀਆਂ ਵਡਿਆਈਆਂ ਕੀਤੀਆਂ ਹਨ। ਫਿਰ ਦੂਸਰੀ ਪੌੜੀ ਵਿੱਚ ਹੁਣ ਜ਼ਿਕਰ ਕਰਦੇ ਨੇ, ਗੁਰ ਚੇਲੇ ਰਹਿ ਰਾਸ ਲਖ ਅਭਿਓ ਹੈ। ਗੁਰੂ ਤੇ ਚੇਲੇ ਦੀ ਰਹਿ ਰਾਸ,
ਭਾਵ ਰਹੋ ਰੀਤੀ ਜਿਹੜੀ ਹੈ, ਏਕਤਾ ਜਿਹੜੀ ਹੈ। ਗੁਰ ਚੇਲੇ ਰਹਿ ਰਾਸ ਅਲਖ ਅਪੇਉ ਹੈ। ਇਹ ਅਲਖ ਹੈ, ਇਹ ਲਖਣ ਤੋਂ ਪਰੇ ਹੈ ਅਤੇ ਅਪੇਉ ਹੈ, ਭਾਵ ਜਿਸ ਦਾ ਕੋਈ ਭੇਵ, ਕੋਈ ਰਹੱਸ, ਕੋਈ ਭੇਦ ਆਦਿਕ ਲੱਭਿਆ ਨਾ ਜਾ ਸਕੇ। ਗੁਰੂ ਤੇ ਚੇਲੇ ਭਾਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਅਤੇ ਭਾਈ ਲਹਿਣਾ ਜੀ, ਇਹ ਦੋਨਾਂ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ ਕਿ ਇਹਨਾਂ ਦੀ ਜਿਹੜੀ ਰੋਹ ਰੀਤੀ ਹੈ, ਜੋ ਸਿਧਾਂਤ ਨੇ, ਜੋ ਏਕਤਾ ਹੈ, ਇਹ ਅਲੱਖ ਹੈ ਅਤੇ ਅਭੇਵ ਹੈ। ਗੁਰ ਚੇਲੇ ਸਾਬਾਸ ਨਾਨਕ ਦਿਓ ਹੈ। ਗੁਰੂ ਤੇ ਚੇਲਾ ਧਨ ਹਨ, ਕਿਉਂਕਿ ਜੋ ਇੱਕੋ ਦੇਵ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰੂਪ ਹੋ ਗਏ ਨੇ ਭਾਈ ਲਹਿਣਾ ਜੀ। ਇਸ ਕਰਕੇ ਗੁਰ ਚੇਲੇ ਸਾਬਾਸ, ਗੁਰੂ ਤੇ ਚੇਲੇ ਨੂੰ ਸ਼ਾਬਾਸ਼ ਹੈ, ਭਾਵ ਇੱਕੋ ਰੂਪ ਹੋ ਗਏ ਨੇ। ਚੇਲਾ ਗੁਰੂ ਹੋ ਗਿਆ ਤੇ ਗੁਰੂ ਚੇਲੇ ਦਾ ਰੂਪ ਹੋ ਗਿਆ, ਭਾਵ ਲਹਿਰ ਸਮੁੰਦਰ ਦਾ ਰੂਪ ਤੇ ਸਮੁੰਦਰ ਲਹਿਰ ਦਾ ਰੂਪ ਹੋ ਗਈ। ਗੁਰਮਤਿ ਸਹਿਜ ਨਿਵਾਸ ਸਿਫਤ ਸਮਿਓ ਹੈ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਗੁਰਮਤਿ, ਗੁਰੂ ਦੀ ਦਿੱਤੀ ਹੋਈ ਮੱਤ ਦੇ ਨਾਲ ਸਹਿਜ ਨਿਵਾਸ, ਸਹਿਜ ਅਵਸਥਾ ਦੇ ਵਿੱਚ ਨਿਵਾਸ ਹੋ ਗਿਆ, ਸਹਿਜ ਸਰੂਪ ਦੇ ਵਿੱਚ ਨਿਵਾਸ ਹੋ ਗਿਆ ਤੇ ਸਹਿਜ ਸਰੂਪ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਦਰ ਨਿਵਾਸ ਹੋ ਗਿਆ, ਜਿਸ ਦੇ ਸਦਕਾ ਸਿਫਤ ਸਮਿਓ ਹੈ, ਭਾਵ ਸਿਫਤੀ ਦੇ ਦੁਆਰਾ ਉਸੇ ਅਕਾਲ ਪੁਰਖ ਪਰਮੇਸ਼ਰ ਦੇ ਅੰਦਰ ਸਮਿਓ ਅਪੇਦ ਹੋ ਗਏ। ਸਿਫਤ ਕਰਦਿਆਂ ਕਰਦਿਆਂ, ਗੁਰੂ ਨਾਨਕ ਦੀ ਵਡਿਆਈ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਨੂੰ ਸਲਾਉਂਦਿਆਂ ਤੇ ਆਉਂਦਿਆਂ, ਆਰਾਧਦਿਆਂ ਭਾਈ ਲਹਿਣਾ ਸਿਫਤ ਸਮਿਓ ਹੈ, ਉਸ ਸਿਫਤੀ ਦੇ ਮਾਲਕ ਅੰਦਰ ਸਮਾ ਗਏ ਹਨ, ਭਾਵ ਲਹਿਣਾ ਅੰਗਦ ਰੂਪ ਹੋ ਗਏ ਹਨ। ਸ਼ਬਦ ਸੁਰਤ ਪਰਗਾਸ ਅਛਲ ਅਛਿਓ ਹੈ। ਸ਼ਬਦ ਦੇ ਸੁਰਤ ਵਿੱਚ ਪ੍ਰਗਟ ਹੋਣ ਕਰਕੇ, ਜਦੋਂ ਸ਼ਬਦ ਸੁਰਤ ਪ੍ਰਗਾਸ, ਇਸ ਸੁਰਤੀ ਦੇ ਵਿੱਚ ਸ਼ਬਦ ਨੇ ਪ੍ਰਕਾਸ਼ ਕਰ ਦਿੱਤਾ, ਇੰਜ ਕਹਿ ਲਓ ਸ਼ਬਦ ਜਿਹੜਾ ਸੀ ਸੁਰਤ ਦੇ ਵਿੱਚ ਜਦੋਂ ਪ੍ਰਗਟ ਹੋ ਗਿਆ, ਤਾਂ ਹੀ ਸਿੱਖ ਨੂੰ ਵਾਰ-ਵਾਰ ਕਿਹਾ ਕਿ ਤੂੰ ਸ਼ਬਦ ਦਾ ਅਭਿਆਸ ਸੁਰਤ ਦੇ ਨਾਲ ਕਰ। ਸ਼ਬਦ ਗੁਰੂ ਹੈ ਤੇ ਸੁਰਤ ਜਿਹੜੀ ਹੈ ਉਹ ਚੇਲਾ ਹੈ। ਜਦੋਂ ਗੁਰੂ ਚੇਲੇ ਦੇ ਵਿੱਚ ਪ੍ਰਗਟ ਹੋ ਗਿਆ, ਸ਼ਬਦ ਸੁਰਤ ਦੇ ਵਿੱਚ ਪ੍ਰਗਟ ਹੋ ਗਿਆ, ਤਾਂ ਭਾਈ ਸਾਹਿਬ ਜੀ ਕਹਿੰਦੇ ਅਛਲ ਅਛੇਓ ਹੈ। ਉਹ ਫਿਰ ਅਛਲ ਅਤੇ ਅਛੇਦ ਹੋ ਗਏ, ਉਹਨੂੰ ਫਿਰ ਛਲਿਆ ਨਹੀਂ ਜਾ ਸਕਦਾ, ਉਹਨੂੰ ਛੇਦਿਆ ਨਹੀਂ ਜਾ ਸਕਦਾ। ਸੋ ਇਸ ਤਰ੍ਹਾਂ ਜਿਨ੍ਹਾਂ ਦੀ ਸੁਰਤ ਵਿੱਚ ਗੁਰੂ ਪ੍ਰਵੇਸ਼ ਕਰਦਾ, ਪ੍ਰਗਟ ਹੋ ਜਾਂਦਾ। ਗੁਰਮੁਖ ਆਸ ਨਿਰਾਸ ਮਤ ਅਰਖਿਓ ਹੈ। ਜਦੋਂ ਸੁਰਤ ਦੇ ਵਿੱਚ ਸ਼ਬਦ ਦਾ ਪ੍ਰਕਾਸ਼ਾ ਹੋ ਗਿਆ, ਤਾਂ ਹੁਣ ਅਵਸਥਾ ਕੀ ਬਣੀ ਕਿ ਜਿਹੜਾ ਗੁਰਮੁਖ ਹੈ, ਆਸ ਨਿਰਾਸ, ਉਹ ਸੰਸਾਰ ਦੀਆਂ ਆਸਾਂ ਵੱਲੋਂ ਇੱਕ ਤਾਂ ਨਿਰਾਸ਼ ਹੋ ਗਿਆ, ਭਾਵ ਉਹਨੂੰ ਸੰਸਾਰ ਦੀਆਂ ਆਸਾਂ ਨਾਲ ਕੋਈ ਮੋਹ ਨਾ ਰਹਿ ਗਿਆ। ਫਿਰ ਦੂਜਾ, ਸੰਸਾਰ ਦੇ ਵਿੱਚ ਆਸ ਤੇ ਨਿਰਾਸ਼, ਇਹਨਾਂ ਦੋਨਾਂ ਤੋਂ ਵੱਖ ਹੋ ਗਿਆ, ਭਾਵ ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ, ਉਹ ਨਾ ਕਿਸੇ ਚੀਜ਼ ਦੀ ਆਸ ਕਰਦਾ, ਤੇ ਜੇ ਕੋਈ ਚੀਜ਼ ਜ਼ਿੰਦਗੀ 'ਚ ਨਹੀਂ ਮਿਲੀ ਤੇ ਨਾ ਉਸ ਚੀਜ਼ ਦੇ ਨਾ ਆਉਣ ਕਰਕੇ ਕਦੀ ਜ਼ਿੰਦਗੀ ਵਿੱਚ ਨਿਰਾਸ਼ਾ ਧਾਰਨ ਕਰਦਾ। ਆਸਾ ਤੋਂ ਸਦਾ ਨਿਰਲੇਪ ਤੇ ਨਿਰਾਸ਼ਾ ਤੋਂ ਵੀ ਸਦਾ ਨਿਰਲੇਪ ਹੈ। ਬਸ ਇੱਕੋ ਆਸ ਜੇ ਸੰਸਾਰ ਤੋਂ ਉਤਾਂਹ ਹੋ ਕੇ ਕਰਦਾ ਤੇ ਆਸਾ ਕਰੀਏ ਰਾਮ ਕੀ ਅਵਰੈ ਆਸ ਨਿਰਾਸ, ਉਹ ਸਿਰਫ ਕਰਤੇ ਅਕਾਲ ਪੁਰਖ ਦੀ ਆਸ ਅੰਦਰ ਜਿਉਂਦੇ, ਭਾਵ ਚੜ੍ਹਦੀ ਕਲਾ ਵਿੱਚ ਮਤ ਅਰਖਿਓ ਹੈ। ਉਹਨਾਂ ਦੀ ਐਸੀ ਮਤ ਜਿਹੜੀ ਹੈ ਉਹ ਅਰਖਿਓ, ਭਾਵ ਜਿਹੜੇ ਦੁਸ਼ਮਣ ਅਰੀ ਜਿਹੜੇ ਦੁਸ਼ਮਣ ਹਨ, ਜੋ ਨਾਸ਼ ਕਰਨ ਵਾਲੇ ਮਤ ਨੂੰ, ਉਹਨਾਂ ਦੇ ਦੁਸ਼ਮਣ ਕਾਮ ਕ੍ਰੋਧ ਆਦਿਕ ਜਿਹੜੇ ਖਿਓ ਖੀਣ ਹੋ ਗਏ ਹਨ। ਫਿਰ ਅਰਖਿਓ ਹੈ, ਅਰ ਦਾ ਭਾਵ ਅਤੇ ਉਹਨਾਂ ਦੇ ਹੋਰ ਸਾਰੇ ਐਸੀ ਜਿਹੜੀ ਮਤ ਆਸ ਨਿਰਾਸ਼ ਤੋਂ ਰਹਿਤ ਜਿਹੜਾ ਜੀਵਨ ਹੈ, ਇਸ ਤਰ੍ਹਾਂ ਦਾ ਹੋ ਗਿਆ ਕਿ ਹੁਣ ਉਹ ਜੀਵਨ ਜਿਹੜਾ ਉਹ ਖਤਮ ਨਹੀਂ ਹੋਵੇਗਾ। ਕਾਮ ਕ੍ਰੋਧ ਵਿਨਾਸ਼ ਸਿਫਤ ਸਮਿਓ ਹੈ। ਕਾਮ ਅਤੇ ਕ੍ਰੋਧ ਦਾ ਵਿਨਾਸ਼ ਜੀਵਨ ਦੇ ਵਿੱਚੋਂ ਅਭਾਵ ਹੋ ਗਿਆ ਤੇ ਵਾਹਿਗੁਰੂ ਕਰਤੇ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਦੇ ਅੰਦਰ, ਸਲਾਹ ਦੇ ਅੰਦਰ, ਵਡਿਆਈ ਦੇ ਅੰਦਰ ਫਿਰ ਐਸੇ ਗੁਰਮੁਖ ਜਿਹੜੇ ਸਮਿਓ ਹੈ, ਸਮਾਏ ਰਹਿੰਦੇ ਹਨ, ਦਿਨ ਰਾਤ ਸੁਰਤ ਕਰਕੇ ਪਰਮੇਸ਼ਰ ਦੇ ਅੰਦਰ ਅਭੇਦ ਰਹਿੰਦੇ ਹਨ। ਸਤ ਸੰਤੋਖ ਉਲਾਸ ਸਕਤ ਨਾਸਿਓ ਹੈ। ਸਤ ਅਤੇ ਸੰਤੋਖ ਦਾ ਆਨੰਦ ਹੈ ਉਹਨਾਂ ਨੂੰ,
ਉਲਾਸ ਦਾ ਅਰਥ ਹੁੰਦਾ ਹੁਲਾਸ, ਖੁਸ਼ੀ, ਖੇੜਾ, ਆਨੰਦ, ਅੰਦਰ ਦੀ ਚੜ੍ਹਦੀ ਕਲਾ ਜਿਹੜੀ ਹੈ ਉਹਨਾਂ ਦੇ ਅੰਦਰ ਫਿਰ ਸੱਤ ਤੇ ਸੰਤੋਖ ਦੀ ਖੁਸ਼ੀ ਸਦਾ ਬਣੀ ਰਹਿੰਦੀ ਹੈ। ਕਿਉਂਕਿ ਜਿਵੇਂ ਇੱਕ ਕੁਰਸੀ ਹੈ, ਇੱਕ ਉੱਠੇਗਾ ਤੇ ਦੂਜਾ ਬਹਿ ਜਾਏਗਾ। ਜਦੋਂ ਇਸ ਹਿਰਦੇ ਦੀ ਸੇਜਾ ਤੋਂ ਕਾਮ, ਕ੍ਰੋਧ ਆਦਿਕ ਉੱਠ ਜਾਣਗੇ, ਫਿਰ ਇੱਥੇ ਸੱਤ, ਸੰਤੋਖ, ਧੀਰਜ, ਧਰਮ, ਗਿਆਨ ਆਦਿਕ ਜਿਹੜੇ ਉਹ ਬਹਿ ਜਾਣਗੇ। ਇਹਨਾਂ ਦੇ ਬਹਿਣ ਨਾਲ ਫਿਰ ਅੰਦਰ ਚੜ੍ਹਦੀ ਕਲਾ, ਹੁਲਾਸ, ਖੁਸ਼ੀ, ਖੇੜਾ ਜਿਹੜਾ ਉਹ ਸਦਾ ਬਣਿਆ ਰਹੇਗਾ। ਤਾਂ ਭਾਈ ਸਾਹਿਬ ਕਹਿੰਦੇ ਸ਼ਕਤ ਨਾ ਸਿਓ ਹੈ, ਨਾ ਉੱਥੇ ਸ਼ਕਤੀ ਨਾ ਉੱਥੇ ਸ਼ਿਵ ਹੈ। ਸੋ ਇਸ ਅਵਸਥਾ ਦੇ ਗੁਰਮੁਖ ਮਾਲਕ ਬਣਦੇ ਤੇ ਭਾਈ ਗੁਰਦਾਸ ਜੀ ਇਸ ਅਵਸਥਾ ਦੇ ਮਾਲਕ ਬਣ ਗਏ ਹਨ। ਘਰ ਹੀ ਵਿੱਚ ਉਦਾਸ ਸੱਚ ਸੁਚਿਓ ਹੈ। ਹੁਣ ਚੇਲਾ ਜਿਹੜਾ ਹੈ, ਭਾਵ ਪ੍ਰਾਰੰਭਤਾ ਕੀਤੀ ਸੀ ਗੁਰ ਚੇਲੇ ਰਹਿਰਾਸ ਅਲਖ ਅਪਿਓ ਹੈ। ਗੁਰੂ ਤੇ ਚੇਲੇ ਦੀ ਇੱਕ ਅਵਸਥਾ, ਰਹੋ ਰੀਤੀ ਇੱਕ ਦੂਜੇ ਦੀ ਏਕਤਾ ਦੇ ਅੰਦਰ ਸਮਾ ਗਏ। ਇਸੇ ਲਈ ਹੁਣ ਇਸ ਪੌੜੀ ਪੰਕਤੀ ਵਿੱਚ ਕਹਿੰਦੇ ਨੇ ਘਰ ਹੀ ਵਿੱਚ ਉਦਾਸ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਘਰ ਦੇ ਵਿੱਚ ਹੀ, ਭਾਵ ਗ੍ਰਸਥ ਧਰਮ ਵਿੱਚ ਰਹਿ ਕੇ ਹੀ ਸੰਸਾਰ ਵੱਲੋਂ ਉਪਰਾਮ ਹਨ, ਸੰਸਾਰ ਵੱਲੋਂ ਉਦਾਸ ਹਨ। ਹੁਣ ਚੇਲੇ ਦੀ ਵੀ ਹੂਬਹੂ ਉਹੀ ਰਹੋ ਰੀਤੀ ਹੈ ਕਿ ਆਪਣੇ ਘਰ ਪਰਿਵਾਰ ਦੇ ਅੰਦਰ ਰਹਿੰਦਿਆਂ ਦੋ ਸਪੁੱਤਰ ਵੀ ਹਨ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਧਰਮ ਪਤਨੀ ਵੀ ਹੈ ਮਾਤਾ ਖੀਵੀ ਜੀ, ਸੋਹਣੀ ਹੱਟ ਵੀ ਹੈ ਖਡੂਰ ਸਾਹਿਬ ਦੇ ਵਿੱਚ, ਪਰ ਗ੍ਰਸਥ ਧਰਮ ਦੇ ਵਿੱਚ ਰਹਿੰਦਿਆਂ ਘਰ ਹੀ ਵਿੱਚ ਉਦਾਸ ਹਨ। ਤੇ ਉਦਾਸ ਹੋ ਕਰਕੇ ਸੱਚ ਸੁਚੇਓ ਹੈ, ਤਨ ਅਤੇ ਮਨ ਕਰਕੇ ਸੁੱਚੇ ਹੋ ਗਏ ਨੇ। ਤਨ ਕਰਕੇ ਇੰਦਰੇ ਜਿਹੜੇ ਨੇ ਉਹ ਸੁੱਚੇ ਹੋ ਗਏ ਨੇ। ਇੰਦਰੀਆਂ ਦਾ ਦੇਖਣਾ ਸੱਚ ਹੋ ਗਿਆ, ਸੁਣਨਾ ਸੱਚ ਹੋ ਗਿਆ, ਬੋਲਣਾ ਸੱਚ ਹੋ ਗਿਆ, ਸ਼ਬਦ ਦੀ ਸੁਗੰਧੀ ਮੰਨਣੀ ਸੱਚ ਹੋ ਗਿਆ, ਤੇ ਮਨ ਕਰਕੇ ਵੀ ਵਿਸ਼ਿਆਂ ਵਾਸ਼ਨਾ ਦੀ ਮੈਲ ਜਿਹੜੀ ਉਹ ਲੈ ਗਈ, ਬਿਲਕੁਲ ਨਿਰਮਲ ਹੋ ਗਏ ਨੇ। ਸੋ ਇਸ ਤਰ੍ਹਾਂ ਜ਼ਿਕਰ ਕਰਕੇ ਕਹਿੰਦੇ ਨੇ ਵੀਹ ਅਕੀਹ ਅਭਿਆਸ ਗੁਰ ਸਿੱਖ ਦਿਓ ਹੈ। ਗੁਰੂ ਤੇ ਸਿੱਖ ਦਾ ਵੀਹ ਅਕੀਹ, 20 ਵਿਸਵੇ ਸੰਸਾਰ ਤੋਂ ਉਪਰਾਮ ਹੋ ਕੇ ਇੱਕ ਈਸ਼ਵਰ ਦੇ ਵਿੱਚ ਅਭਿਆਸ ਹੋ ਗਿਆ, ਭਾਵ 20 ਅਕੀਹ ਅਭਿਆਸ ਗੁਰ ਸਿੱਖ ਦਿਓ ਹੈ, ਅਥਵਾ ਗੁਰੂ ਸਿੱਖ ਲੇਖੇ ਤੋਂ ਪਾਰ ਹਨ। ਕਿਉਂਕਿ 20 ਤੱਕ ਹਿਸਾਬ ਹੈ, 21 ਹਿਸਾਬੋਂ ਪਾਰ ਹੈ। ਸੋ ਇਸ ਤਰ੍ਹਾਂ ਗੁਰੂ ਨੇ ਚੇਲੇ ਨੂੰ, ਭਾਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਚੇਲੇ, ਆਪਣੇ ਸਿੱਖ, ਆਪਣੇ ਸੇਵਕ ਭਾਈ ਲਹਿਣਾ ਨੂੰ ਉਸ ਅਵਸਥਾ ਦੇ ਵਿੱਚ ਪਹੁੰਚਾ ਦਿੱਤਾ ਹੈ ਜਿੱਥੇ ਜਾ ਕਰਕੇ ਗੁਰ ਸਿੱਖ ਦਿਓ ਹੈ। ਗੁਰ ਸਿੱਖ ਭਾਵ ਗੁਰੂ ਕੇ ਸਿੱਖ ਭਾਈ ਲਹਿਣਾ ਜੀ ਨੂੰ ਗੁਰ ਦਿਓ ਹੈ। ਦੇਵ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਮਹਾਨ ਅਵਸਥਾ ਦੇ ਵਿੱਚ ਜਾ ਕੇ ਟਿਕਾ ਦਿੱਤਾ। ਉਹ ਕਿਹੜੀ ਅਵਸਥਾ ਹੈ? 20 21 ਅਭਿਆਸ ਵਾਲੀ ਕਿਹੜੀ ਅਵਸਥਾ ਹੈ? ਤਾਂ ਭਾਈ ਸਾਹਿਬ ਜੀ ਤੀਸਰੀ ਪੌੜੀ 'ਚ ਇਹਨੂੰ ਖੋਲ ਕੇ ਜ਼ਿਕਰ ਕਰਦੇ ਨੇ। ਤੀਸਰੀ ਪੌੜੀ 'ਚ ਹੁਣ ਕਿਰਪਾ ਕਰਦੇ, ਚਾਰ ਚੇਲਾ ਪਰਵਾਨ ਗੁਰਮੁਖ ਜਾਣੀਐ। ਚੇਲਾ ਜਿਹੜਾ ਹੈ ਉਹ ਪ੍ਰਵਾਨ ਹੋ ਗਿਆ। ਗੁਰੂ ਦਾ ਚੇਲਾ ਜਿਹੜਾ ਹੈ ਪ੍ਰਮਾਣਿਕ ਗੁਰਮੁਖ ਜਾਣੀਦਾ ਹੈ। ਪ੍ਰਮਾਣਿਕ ਦੇ ਅਰਥ ਮੈਂ ਪਿੱਛੇ ਵੀ ਜ਼ਿਕਰ ਕੀਤੇ ਨੇ। ਸੋ ਇਸ ਤਰ੍ਹਾਂ ਅਸਲ ਦੇ ਵਿੱਚ ਪ੍ਰਮਾਣਿਕ ਚੇਲਾ ਉਹੀ ਹੈ ਜਿਹਨੂੰ ਗੁਰਮੁਖ ਜਾਣੀਐ। ਜਿਵੇਂ ਇੱਕ ਅਰਥ 'ਚ ਕਹੀਏ ਜਿਹਨੂੰ ਗੁਰਮੁਖ ਜਾਣਿਆ ਜਾਵੇ, ਉਹ ਪ੍ਰਮਾਣਿਕ ਚੇਲਾ ਹੈ। ਜਾਣਿਆ ਦਾ ਭਾਵ ਇਹ ਨਹੀਂ ਜਿਹਨੂੰ ਸਿਰਫ ਗੁਰਮੁਖ ਕਿਹਾ ਜਾਂਦਾ ਹੋਵੇ, ਜਿਹੜਾ ਗੁਰੂ ਵੱਲ ਮੁਖ ਕਰਕੇ ਤੁਰਦਾ ਹੋਵੇ। ਦੂਸਰਾ ਭਾਵ ਜੋ ਗੁਰਮੁਖ ਜਾਣੀ ਹੈ, ਜਿਹਨੂੰ ਗੁਰਮੁਖ ਜਾਣਿਆ ਜਾਵੇ ਸੰਸਾਰ ਤੇ, ਉਹੀ ਗੁਰੂ ਦੀ ਨਿਗਾਹ ਦੇ ਵਿੱਚ ਪ੍ਰਮਾਣਿਕ ਚੇਲਾ ਹੈ। ਭਾਵ ਜੋ ਗੁਰੂ ਦੇ ਹੁਕਮ ਤੇ ਤੁਰਦਾ ਹੋਵੇ, ਗੁਰੂ ਵੱਲ ਮੁਖ ਕਰਕੇ ਤੁਰਦਾ ਹੋਵੇ, ਗੁਰੂ ਦੇ ਇੱਕ ਇੱਕ ਬਚਨ ਤੋਂ ਆਪਾਂ ਕੁਰਬਾਨ ਕਰਨ ਦੀ ਅੰਦਰ ਚਾਹਨਾ ਰੱਖਦਾ ਹੋਵੇ। ਸੋ ਇਸ ਲਈ ਕਹਿੰਦੇ ਨੇ ਚਾਰ ਚੇਲਾ ਪਰਵਾਨ ਗੁਰਮੁਖ ਜਾਣੀਐ। ਸੋ ਉਹ ਚੇਲਾ ਜਿਹੜਾ ਪਰਵਾਨ ਹੈ। ਗੁਰਮੁਖ ਚੋਜ ਵਿਡਾਣ ਅਕਥ ਕਥਾਣੀ ਹੈ। ਉਸ ਗੁਰਮੁਖ ਦੇ ਚੋਜ ਕੰਮ ਜਿਹੜੇ ਹਨ ਵਿਡਾਨ ਅਚਰਜ ਹਨ। ਅਕਥ ਕਥਾਣੀ ਹੈ, ਉਹਦੀਆਂ ਕਥਾ ਕਹਾਣੀਆਂ ਜਿਹੜੀਆਂ ਉਹ ਵੀ ਅਚਰਜ ਹਨ, ਅਕਥ ਹਨ, ਕਥਨ ਤੋਂ ਰਹਿਤ ਨੇ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਕਹਾਣੀਆਂ, ਜੀਵਨ, ਇਤਿਹਾਸ, ਬਿਰਤਾਂਤ, ਖੇਡਾਂ, ਕੌਤਕ ਉਹ ਵਰਣਨ ਕਰਨ ਤੋਂ ਬਾਹਰ ਨੇ, ਤਾਂ ਇਹਦੇ 'ਚ ਕੋਈ ਸ਼ੱਕ ਨਹੀਂ। ਭਾਈ ਲਹਿਣਾ ਜੀ ਦੇ ਕੌਤਕ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀਆਂ ਖੇਡਾਂ ਜਿਹੜੀਆਂ ਨੇ ਉਹ ਵੀ ਅਕਥ ਕਹਾਣੀ ਹੈ, ਉਹ ਵੀ ਕਥਨ ਕਰਨ ਤੋਂ ਪਰੇ ਹੈ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਤਰ੍ਹਾਂ ਦੇ ਉਪਦੇਸ਼ ਹੁਕਮ ਦਿੰਦੇ ਸਨ,
ਜੇ ਗੁਰੂ ਕੇ ਹੁਕਮ ਸਤਿਗੁਰਾਂ ਦੇ ਜਿਹੜੇ ਸਨ ਉਹ ਅਚਰਜਤਾ ਨਾਲ ਭਰੇ ਨੇ, ਤਾਂ ਚੇਲੇ ਨੇ ਜਦੋਂ ਉਹਨਾਂ ਹੁਕਮਾਂ ਦੀ ਪਾਲਣਾ ਕੀਤੀ ਉਹ ਵੀ ਵਰਣਨ ਕਰਨ ਤੋਂ ਪਰੇ ਹੈ। ਦਲੀਲ ਦੇ ਸਹਿਤ ਕਵਾਂ ਤਾਂ ਗੁਰੂ ਨੇ ਹੁਕਮ ਕੀਤਾ, ਕਿੱਕਰ ਨੂੰ ਹਿਲਾਓ ਮਠਿਆਈਆਂ ਡਿੱਗਣਗੀਆਂ, ਵੱਖਰਾ ਕੌਤਕ ਸੀ। ਬਜ਼ੁਰਗ ਬੈਠੇ ਸਨ ਸੰਗਤ ਦੇ ਵਿੱਚ, ਕਹਿੰਦੇ ਅੱਜ ਤੱਕ ਉਮਰਾਂ ਲੰਘ ਗਈਆਂ 70-80 ਸਾਲ, ਅੱਜ ਤੱਕ ਸਿਰਫ ਕਿੱਕਰਾਂ ਤੋਂ ਕੰਡੇ ਡਿੱਗਦੇ ਵੇਖੇ ਨੇ, ਪੱਤੇ ਝੜਦੇ ਵੇਖੇ ਨੇ ਛੋਟੇ, ਮਠਿਆਈ ਝੜਦੀ ਤੇ ਅੱਜ ਤੱਕ ਨਹੀਂ ਵੇਖੀ। ਅਚਰਜ, ਵੱਖਰਾ ਕੌਤਕ। ਤੇ ਹੁਣ ਆਮ ਲੋਕ ਜਿਹੜੇ ਹੋਰ ਸਿੱਖ ਸੀ ਉਹਨਾਂ ਨੇ ਹਿਲਾਉਣੋਂ ਨਾ ਕਰ ਦਿੱਤੀ, ਪਰ ਸੱਚ ਤੇ ਇਹ ਸੀ ਅਕਥ ਕਥਾਣੀਆਂ, ਭਾਈ ਲਹਿਣੇ ਦੀਆਂ ਕਥਾ ਕਹਾਣੀਆਂ ਵੀ ਅਚਰਜ ਨੇ। ਉਸੇ ਵੇਲੇ ਦੌੜ ਕੇ ਉਸ ਕਿੱਕਰ ਤੇ ਚੜ ਗਏ ਕਿ ਬਾਬਾ ਜੇ ਤੂੰ ਕਿਹਾ ਹੈ ਤਾਂ ਇਸ ਕਿੱਕਰ ਤੋਂ ਮਠਿਆਈ ਜ਼ਰੂਰ ਟਿਕੇਗੀ। ਸੋ ਜੋ ਚੇਲਾ ਹੈ ਉਹਦੀਆਂ ਵੀ ਕਥਾ ਕਹਾਣੀਆਂ ਜਿਹੜੀਆਂ ਉਹ ਅਚਰਜਤਾ ਨਾਲ ਭਰੀਆਂ ਨੇ। ਫਿਰ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੇ ਰੂਪ ਵਿੱਚ ਪ੍ਰਗਟ ਹੁੰਦੇ ਨੇ ਤਾਂ ਉਸ ਵਕਤ ਵੀ ਜੈਸੀਆਂ ਖੇਡਾਂ, ਦੇਖੋ ਜੇ ਕਦੀ ਧੰਨ ਗੁਰੂ ਅਮਰਦਾਸ ਮਹਾਰਾਜ ਜੋ ਫਿਲਹਾਲ ਗੁਰਤਾ ਗੱਦੀ ਦੇ ਮਾਲਕ ਨਹੀਂ ਹਨ, ਪਰ ਜਿਸ ਦਿਨ ਖਡੂਰ ਦੇ ਤਪੇ ਨੂੰ ਕਹਿ ਕਰਕੇ ਖਡੂਰ ਦੇ ਜਿਹੜੇ ਜ਼ਿਮੀਂਦਾਰ ਸਨ ਉਹਨਾਂ ਨੂੰ ਕਿਹਾ ਕਿ ਤਪੇ ਨੂੰ ਜਿੱਥੇ ਜਿੱਥੇ ਘੜੀਸੋਗੇ ਉੱਥੇ ਉੱਥੇ ਮੀਂਹ ਪਵੇਗਾ। ਤਪੇ ਨੂੰ ਘੜੀਸਿਆ ਗਿਆ ਖਡੂਰ ਅੰਦਰ, ਘਟਨਾ ਆਪ ਜੀ ਜਾਣਦੇ ਹੋ। ਗੁਰੂ ਅੰਗਦ ਦੇਵ ਮਹਾਰਾਜ ਨੂੰ ਜਦੋਂ ਪਤਾ ਲੱਗਾ, ਗੁਰੂ ਅਮਰਦਾਸ ਮਹਾਰਾਜ ਜਦੋਂ ਪਹੁੰਚਦੇ ਨੇ ਪਿੱਠ ਕਰ ਲਈ ਅੱਗੋਂ, ਕਹਿੰਦੇ ਤੂੰ ਕਰਤੇ ਦੀ ਖੇਡ ਜਿਹੜੀ ਸੀ ਉਹਨੂੰ ਮੋੜਿਆ ਹੈ, ਅਸੀਂ ਨਿਰਾਸ਼ ਹਾਂ ਤੇਰੇ ਨਾਲ। ਸੋ ਇਸ ਤਰ੍ਹਾਂ ਭਾਵ ਇਹ ਹੈ ਗੁਰਮੁਖ ਚੋਜ ਵਿਡਾਨ, ਗੁਰਮੁਖਾਂ ਦੇ ਚੋਜ ਜਿਹੜੇ ਨੇ, ਗੁਰੂ ਅੰਗਦ ਦੇਵ ਮਹਾਰਾਜ ਦੀਆਂ ਖੇਡਾਂ ਜਿਹੜੀਆਂ ਨੇ ਉਹ ਵੀ ਅਚਰਜਤਾ ਨਾਲ ਭਰੀਆਂ ਹੋਈਆਂ ਹਨ। ਕੁਦਰਤ ਨੋ ਕੁਰਬਾਨ ਕਾਦਰ ਜਾਣੀਐ। ਫਿਰ ਕਹਿੰਦੇ ਕੁਦਰਤ, ਆ ਜਿਹੜੀ ਈਸ਼ਵਰੀ ਰਚਨਾ ਹੈ ਨਾ, ਆ ਜਿਹੜਾ ਸਾਰਾ ਪ੍ਰਪੰਚ, ਆ ਸਾਰੀ ਕੁਦਰਤ, ਸੋਹਣੇ ਦਰਿਆ ਵਹਿੰਦੇ ਨੇ, ਸੋਹਣੀਆਂ ਨਦੀਆਂ ਦੇ ਵਹਿਣ ਚੱਲਦੇ ਨੇ, ਸੋਹਣੇ ਸਮੁੰਦਰ ਛੱਲਾਂ ਮਾਰਦੇ ਪਏ ਨੇ, ਹਰੀ ਪ੍ਰਕਿਰਤੀ ਹੈ, ਬਹੁਤ ਸੋਹਣੀ ਹਰਿਆਵਲ ਸ੍ਰਿਸ਼ਟੀ ਦੇ ਉੱਤੇ, ਉੱਚੇ ਉੱਚੇ ਪਹਾੜ, ਨੀਲਾ ਆਸਮਾਨ, ਫਿਰ ਇਸ ਧਰਤੀ ਦੇ ਉੱਤੇ ਭਾਂਤ ਭਾਂਤ ਦੇ ਸੋਹਣੇ ਸੋਹਣੇ ਪੰਛੀ, ਫਿਰ ਮੋਰ ਆਦਿਕ, ਫਿਰ ਕਈ ਐਸੇ ਜਾਨਵਰ ਜੋ ਮਨਾਂ ਨੂੰ ਮੋਹ ਲੈਂਦੇ ਨੇ। ਜਿਵੇਂ ਕਹਿ ਦੇਵਾਂ ਖਰਗੋਸ਼ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਛੋਟੇ ਛੋਟੇ ਐਸੇ ਕਈ ਜਾਨਵਰ ਨੇ ਜਿਨ੍ਹਾਂ ਨੂੰ ਦੇਖ ਕੇ ਮਨ ਜਿਹੜਾ ਉਹ ਖੁਸ਼ ਹੁੰਦਾ ਹੈ। ਪੰਛੀ, ਕੋਇਲ ਨੂੰ ਦੇਖੋ, ਕਦੀ ਚਿੜੀਆਂ ਐਸੀਆਂ ਨੇ, ਕਈ ਰੰਗ ਬਰੰਗੀਆਂ ਚਿੜੀਆਂ ਹਨ ਜਿਨ੍ਹਾਂ ਦੇ ਅੰਦਰ ਬਹੁਤ ਸੋਹਣੇ ਰੰਗ ਕਰਤੇ ਨੇ ਭਰੇ ਹਨ। ਸੋ ਭਾਵ ਇਹ ਹੈ ਇਹ ਸਾਰੀ ਉਹਦੀ ਕੁਦਰਤ ਹੈ। ਤਾਂ ਭਾਈ ਸਾਹਿਬ ਜੀ ਕਹਿੰਦੇ ਕੁਦਰਤ ਨੂੰ ਕੁਰਬਾਨ, ਉਸ ਕਰਤੇ ਦੀ ਇਸ ਕੁਦਰਤ ਤੋਂ ਅਸੀਂ ਵਾਰ-ਵਾਰ ਕੁਰਬਾਨ ਜਾਈਏ। ਕਾਰਨ ਇਹ ਹੈ ਕਾਦਰ ਜਾਣੀਐ, ਕਿਉਂਕਿ ਇਸੇ ਤੋਂ ਕਰਤਾ ਅਨੁਮਾਨ ਪ੍ਰਮਾਣ ਦੁਆਰਾ ਜਾਣੀਦਾ ਹੈ। ਜਿਵੇਂ ਕਹਿ ਦੇਵਾਂ ਬਹੁਤ ਸੋਹਣੀ ਤਸਵੀਰ ਕੋਈ ਬਣੀ ਹੋਵੇ, ਆਪਾਂ ਬਾਜ਼ਾਰਾਂ 'ਚੋਂ ਖਰੀਦਦੇ ਹਾਂ, ਹੁਣ ਜਿੰਨੀ ਸੋਹਣੀ ਤਸਵੀਰ ਹੋਏਗੀ ਆਪਣੇ ਆਪ ਇਹ ਖਿਆਲ ਆਏਗਾ ਕਿ ਜਿਸ ਨੇ ਇਸ ਤਸਵੀਰ ਨੂੰ ਬਣਾਇਆ ਉਹ ਚਿੱਤਰਕਾਰ ਕਿੰਨਾ ਮਹਾਨ ਹੋਏਗਾ, ਕਿਉਂਕਿ ਇੰਨੀ ਸੋਹਣੀ ਤਸਵੀਰ ਜੇ ਬਣਾਈ ਤੇ ਕਿਸੇ ਮਹਾਨ ਚਿੱਤਰਕਾਰ ਦੀ ਬਣੀ ਹੋਏਗੀ, ਕਿਸੇ ਆਮ ਪੇਂਟਰ ਦੀ ਬਣਾਈ ਹੋਈ ਤੇ ਹੋਵੇਗੀ ਨਹੀਂ। ਸੋ ਇਸ ਤਰ੍ਹਾਂ ਇਹ ਕੁਦਰਤ ਤੋਂ ਤਾਂ ਕੁਰਬਾਨ ਜਾਂਦੇ ਹਾਂ ਕਿਉਂਕਿ ਜਦੋਂ ਸੁਭਾਨ ਤੇਰੀ ਕੁਦਰਤ ਜਦੋਂ ਤੱਕਦੇ ਹਾਂ ਤਾਂ ਇਸ ਕੁਦਰਤ ਨੂੰ ਦੇਖ ਕਰਕੇ ਸਮਝ ਆਉਂਦੀ ਹੈ ਜਿਹਨੇ ਇੰਨੀ ਸੋਹਣੀ ਕੁਦਰਤ ਬਣਾਈ ਉਹ ਆਪ ਕਿੰਨਾ ਸੋਹਣਾ ਹੋਏਗਾ। ਸੋ ਇਸ ਕਰਕੇ ਕੁਦਰਤ ਨੂੰ ਦੇਖ ਕੇ, ਇਹ ਰੰਗਾਂ ਨੂੰ ਦੇਖ ਕੇ, ਇਹ ਸੋਹਣੇ ਸੁਹੱਪਣ, ਇਹ ਸੋਹਣੀ ਬਨਸਪਤੀ ਪ੍ਰਕਿਰਤੀ ਦੇਖ ਕੇ ਕਾਦਰ ਜਾਣੀ ਹੈ, ਉਸ ਕਰਤੇ ਕਾਦਰ ਅਕਾਲ ਪੁਰਖ ਪਰਮੇਸ਼ਰ ਦਾ ਅਨੁਮਾਨ ਲੱਗਦਾ ਹੈ, ਉਹਦੇ ਨਾਲ ਸਾਂਝ ਪੈਂਦੀ ਹੈ। ਕੁਦਰਤੀ ਤੌਰ 'ਤੇ ਤੁਸੀਂ ਦੇਖਿਓ ਜਿਹੜੇ ਲੋਕ ਕੁਦਰਤ ਨੂੰ, ਨੇਚਰ ਨੂੰ ਪਿਆਰ ਕਰਨ ਵਾਲੇ ਹਨ ਨਾ, ਉਹ ਪਰਮੇਸ਼ਰ ਦੇ ਬੜੇ ਨੇੜੇ ਹੁੰਦੇ ਨੇ। ਕਦੀ ਵੀ ਦੇਖਿਓ ਤੁਸੀਂ, ਜਿਹੜੇ ਟੁੱਟੇ ਹੋਏ ਲੋਕ ਉਹ ਕਦੀ ਨੇਚਰ ਨੂੰ ਪਿਆਰ ਨਹੀਂ ਕਰਦੇ, ਜਿਹੜੇ ਨਾਸਤਿਕ ਬਿਰਤੀ ਦੇ ਲੋਕ ਹੁੰਦੇ ਉਹ ਕਦੀ ਨਹੀਂ ਇਸ ਤਰ੍ਹਾਂ ਕਰਦੇ। ਸੋ ਜਿਹੜੇ ਪ੍ਰਕਿਰਤੀ ਨੂੰ ਬਹੁਤ ਪਿਆਰ ਕਰਦੇ ਹੋਣਗੇ ਉਹ ਪਰਮਾਤਮਾ ਦੇ ਨੇੜੇ ਹੁੰਦੇ ਨੇ। ਸੋ ਇਸ ਕਰਕੇ ਤਾਂ ਭਾਈ ਸਾਹਿਬ ਜੀ ਕਹਿੰਦੇ ਇਹਦੇ ਨਾਲ ਉਹ ਕਾਦਰ ਦੀ ਸਮਝ ਪੈਂਦੀ ਹੈ। ਗੁਰਮੁਖ ਜਗ ਮਹਿਮਾਨ, ਜਗ ਮਹਿਮਾਨੀਐ। ਜਿਹੜੇ ਗੁਰਮੁਖ ਹਨ ਨਾ ਉਹ ਸੰਸਾਰ ਦੇ ਵਿੱਚ, ਜਗਤ ਦੇ ਵਿੱਚ ਮਹਿਮਾਨਾਂ ਦੀ ਤਰ੍ਹਾਂ ਰਹਿੰਦੇ ਨੇ। ਇੱਕ ਆਪਾਂ ਹੀ ਹਾਂ ਜੋ ਸੰਸਾਰ ਦੇ ਉੱਤੇ ਸਾਰੀ ਜ਼ਿੰਦਗੀ ਪਸਾਰ ਕੇ ਰਹਿੰਦੇ ਹਾਂ
ਤੇ ਮਹਿਮਾਨ ਜਿਹੜਾ ਹੁੰਦਾ ਨਾ ਉਹਨੂੰ ਪਤਾ ਹੁੰਦਾ ਮੈਂ 4 ਦਿਨ ਕਿਸੇ ਦੇ ਘਰੇ ਆਇਆ, ਮੈਂ ਪਰਤ ਜਾਣਾ। ਆਪਾਂ ਸਾਰੇ ਹੀ ਗ੍ਰਸਤੀ ਮਹਿਮਾਨ ਬਣ ਕੇ ਜਾਂਦੇ ਹਾਂ ਲੋਕਾਂ ਦੇ ਘਰਾਂ ਦੇ ਵਿੱਚ, ਗੈਸਟ ਬਣ ਕੇ ਆਪਾਂ ਜਾਂਦੇ ਹਾਂ, ਲੋਕ ਆਉਂਦੇ ਨੇ ਤੇ ਆਪਾਂ ਦੇਖਦੇ ਹਾਂ ਕਿਤੇ ਜਾਈਏ ਆਪਾਂ ਕਹਿੰਦੇ 4 ਦਿਨ ਉੱਥੇ ਰਹਿ ਕੇ ਆਉਣਾ। ਕਦੀ ਆਪਾਂ ਸਾਰਾ ਘਰ ਜਿਹੜਾ ਸਮਾਨ ਨਾਲ ਨਹੀਂ ਚੁੱਕ ਕੇ ਤੁਰਦੇ, 4 ਕੱਪੜੇ ਬੰਦਾ ਆਪਣੇ ਸੂਟਕੇਸ ਦੇ ਵਿੱਚ ਪਾਉਂਦਾ, ਤੁਰ ਪੈਂਦਾ ਵੀ 4 ਦਿਨ ਰਹਿ ਕੇ ਆਉਣਾ। ਸੋ ਇਸੇ ਤਰ੍ਹਾਂ ਗੁਰਮੁਖ ਜਿਹੜੇ ਨੇ ਸੰਸਾਰ ਤੇ ਮਹਿਮਾਨਾਂ ਦੀ ਤਰ੍ਹਾਂ ਜਿਉਂਦੇ ਨੇ ਕਿ ਅਸੀਂ ਅੱਜ ਕੱਲ੍ਹ ਜਦੋਂ ਸਮਾਂ ਆਇਆ ਸੀ ਤੁਰ ਪੈਣਾ। ਫਿਰ ਜਿਹੜਾ ਜਗਤ ਹੈ ਉਹ ਵੀ ਉਹਨਾਂ ਦੀ ਇੰਜ ਪੂਜਾ ਕਰਦਾ ਹੈ ਕਿ ਜਗ ਮਹਿਮਾਨੀ ਹੈ। ਜਿਵੇਂ ਆਪਣੇ ਘਰ ਦੇ ਵਿੱਚ ਮਹਿਮਾਨ ਆਵੇ, ਆਪਸ ਦੇ ਵਿੱਚ ਆਪਾਂ ਪਰਿਵਾਰ ਦੇ ਜਿਹੜੇ 5-7 ਜੀ ਹੁੰਦੇ ਆ, ਆਪਾਂ ਰੋਜ਼ ਸ਼ਾਇਦ ਉਸ ਤਰ੍ਹਾਂ ਦਾ ਭੋਜਨ ਨਹੀਂ ਖਾਂਦੇ ਹੋਵਾਂਗੇ, ਉਸ ਤਰ੍ਹਾਂ ਦਾ ਰਹਿਣ ਸਹਿਣ ਨਹੀਂ ਗੁਜ਼ਾਰਦੇ ਹੋਵਾਂਗੇ, ਪਰ ਜਦੋਂ ਘਰ ਵਿੱਚ ਮਹਿਮਾਨ ਆਇਆ ਹੋਵੇ ਨਾ, ਜੇ ਰੋਜ਼ ਬੰਦਾ ਦਾਲ ਬਣਾਉਂਦਾ ਤੇ ਉਹ ਕਈ ਸਬਜ਼ੀਆਂ ਬਣਾਏਗਾ, ਸਾਡੇ ਘਰ ਮਹਿਮਾਨ ਆਏ ਹੋਏ ਨੇ, ਇੰਨੀ ਕੁ ਮਹਿਮਾਨ ਨਿਵਾਜੀ ਲੋਕ ਕਰਦੇ ਨੇ ਕਿ ਆਂਢ ਗੁਆਂਢ 'ਚ ਵੀ ਪਤਾ ਲੱਗ ਜਾਂਦਾ ਇਹਨਾਂ ਘਰੇ ਅੱਜ ਮਹਿਮਾਨ ਆਏ ਹੋਏ ਨੇ। ਸੋ ਇਸ ਤਰ੍ਹਾਂ ਆਪਾਂ ਆਮ ਸੰਸਾਰ ਦੇ ਜਿਹੜੇ ਲੋਕ ਨੇ, ਜੇ ਹੁਣ ਰੋਜ਼ ਗਵਾਂਢੀ ਸਾਡੇ ਘਰੇ ਆਵੇ ਆਪਾਂ ਉਹਦਾ ਉਹ ਅਦਬ ਨਹੀਂ ਕਰਦੇ, ਪਰ ਮਹਿਮਾਨ ਆਉਂਦਾ ਤੇ ਨਵੀਂ ਤੋਂ ਨਵੀਂ ਚੀਜ਼ ਆਪਾਂ ਉਹਦੇ ਅੱਗੇ ਪਰੋਸਦੇ ਹਾਂ। ਇਸ ਤਰ੍ਹਾਂ ਬਹੁਤ ਦੁਨੀਆ ਹੈ, ਪਰ ਜਿਹੜੇ ਗੁਰਮੁਖ ਪਿਆਰੇ ਸਾਧੂ ਪੁਰਖ ਸਤਿਪੁਰਖ ਹਨ, ਇਹ ਸੰਸਾਰ ਜਿਹੜਾ ਉਹਨਾਂ ਸਤਿਪੁਰਖਾਂ ਦਾ ਸਤਿਕਾਰ ਸਨਮਾਨ ਆਦਰ, ਉਹਨਾਂ ਦੀ ਵਡਿਆਈ, ਇੰਜ ਕਹਿ ਲਓ ਉਹਨਾਂ ਦਾ ਅਦਬ ਜਿਹੜਾ ਹੈ ਉਹ ਇਸ ਤਰ੍ਹਾਂ ਕਰਦਾ ਹੈ ਜਿਵੇਂ ਮਹਿਮਾਨ ਆਉਂਦਾ ਸੰਸਾਰ ਤੇ ਉਹ ਵੀ ਆਪਣੇ ਆਪ ਨੂੰ ਸੰਸਾਰ ਤੇ ਮਹਿਮਾਨ ਸਮਝ ਕੇ ਹੀ ਰਹਿਣਾ ਕਰਦੇ ਹਨ। ਸਤਿਗੁਰ ਸਤ ਸੁਹਾਣ ਆਦ ਵਖਾਣੀਐ। ਉਹ ਸਤਿਗੁਰੂ ਕਰਤਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਨਾ, ਸਤ ਸੁਹਾਣ, ਉਹ ਸੱਚਾ ਸੁਹਾਉਂਦਾ ਹੈ, ਸ਼ੋਭਦਾ ਹੈ। ਤੇ ਗੁਰਮੁਖ ਪਿਆਰੇ ਜਿਹੜੇ ਆਖ ਵਖਾਣੀ ਹੈ, ਤੇ ਗੁਰਮੁਖ ਪਿਆਰੇ ਜਿਹੜੇ ਹਨ ਸੋ ਸਦਾ ਉਹਨੂੰ ਇਸ ਤਰ੍ਹਾਂ ਆਖ ਕੇ ਵਖਿਆਨ ਕਰਦੇ ਨੇ ਕਿ ਉਹ ਸੱਚਾ ਹੈ, ਸ਼ੋਭਨੀਕ ਹੈ, ਪ੍ਰਮਾਣਿਕ ਹੈ, ਤੇ ਸਾਰੇ ਸੰਸਾਰ ਦਾ ਜੋ ਸੁਹੱਪਣ, ਜੋ ਵਡਿਆਈ, ਜੋ ਸੋਹਣਾਪਣ ਹੈ, ਇਸ ਸੋਹਣੇਪਣ ਦਾ ਉਹ ਕਰਤਾ ਮਾਲਕ ਹੈ। ਗੁਰਮੁਖ ਇਸ ਤਰ੍ਹਾਂ ਆਖ ਵਖਾਣੀ ਹੈ, ਇਸ ਤਰ੍ਹਾਂ ਉਹਨੂੰ ਆਖ ਕੇ ਵਖਿਆਨ ਕਰਦੇ ਹਨ। ਦਰ ਢਾਡੀ ਦਰਵਾਨ ਚਵੈ ਗੁਰਬਾਣੀ ਹੈ। ਤੇ ਗੁਰਮੁਖ ਪਿਆਰੇ ਜਿਹੜੇ ਹਨ ਉਸ ਕਰਤੇ ਪਰਮੇਸ਼ਰ ਦੇ ਦਰ ਦੇ ਢਾਡੀ ਹੋ ਕਰਕੇ ਗੁਰੂ ਕੀ ਬਾਣੀ ਜਿਹੜੀ ਉਹ ਚਵੈ ਗੁਰਬਾਣੀ ਹੈ, ਚਾਹੁੰਦੇ ਹਨ, ਬੋਲਦੇ ਹਨ, ਚਾਉ ਦੇ ਨਾਲ ਗੁਰੂ ਕੀ ਬਾਣੀ ਨੂੰ ਗੁਰਮੁਖ ਪਿਆਰਾ ਜਿਹੜਾ ਉਹ ਬੋਲਦਾ। ਤੇ ਬਾਣੀ ਦੇ ਦੁਆਰਾ ਫਿਰ ਵੱਡੇ ਕੀਆਂ ਵਡਿਆਈਆਂ ਕੁਝ ਕਹਿਣ ਨਾ ਜਾਏ, ਉਸ ਵੱਡੇ ਦੀਆਂ ਵਡਿਆਈਆਂ ਜਿਹੜੀਆਂ ਕਥਨ ਕਰਨ ਤੋਂ ਪਰੇ ਨੇ, ਕਰਤੇ ਦੀਆਂ ਵਡਿਆਈਆਂ ਫਿਰ ਢਾਡੀ ਰੂਪ ਦੇ ਵਿੱਚ ਹੋ ਕਰਕੇ ਉਹਦੇ ਦਰ ਤੇ ਗਾਉਂਦੇ ਹਨ। ਅੰਤਰ ਜਾਮੀ ਜਾਣ ਹੇਤੁ ਪਛਾਣੀਐ। ਉਹ ਗੁਰਮੁਖ ਅੰਤਰ ਜਾਮੀ ਅਕਾਲ ਪੁਰਖ ਪਰਮੇਸ਼ਰ ਨੂੰ ਦੇਖ ਕੇ ਉਸ ਦੇ ਹਿੱਤ ਨੂੰ ਪਛਾਣਦੇ ਹਨ। ਭਾਵ ਕੀ ਪਛਾਣਦੇ ਨੇ? ਪਹਿਲਾਂ ਤੇ ਇਹ ਦੇਖਦੇ ਸਮਝਦੇ ਜਾਣਦੇ ਨੇ ਕਿ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਅੰਤਰਜਾਮੀ ਜਾਣ, ਉਹਨੂੰ ਅੰਤਰਜਾਮੀ ਜਾਣਦੇ ਨੇ। ਆਪਾਂ ਤੇ ਸਾਰੀ ਜ਼ਿੰਦਗੀ ਇਹੀ ਕਹਿੰਦੇ ਕਿ ਰੱਬ ਕਿਹੜਾ ਵੇਂਦਾ, ਉਹਨੂੰ ਕੀ ਪਤਾ ਅਸੀਂ ਕੀ ਕਰਦੇ ਹਾਂ, ਪਰ ਗੁਰਮੁਖ ਹਰ ਸਾਹ ਦੇ ਵਿੱਚ ਇਸ ਗੱਲ ਨੂੰ ਮੰਨਦਾ ਹੈ ਕਿ ਉਹ ਮੇਰਾ ਮਾਲਕ ਜਿਹੜਾ ਹੈ ਉਹ ਸਾਰੀਆਂ ਥਾਵਾਂ ਤੇ ਮੈਨੂੰ ਦੇਖ ਰਿਹਾ। ਇਸ ਕਰਕੇ ਜੇ ਮੈਂ ਕੁਝ ਕਰਾਂਗਾ, ਬੇਸ਼ੱਕ ਮੈਂ ਆਸੇ ਪਾਸੇ ਨਿਗਾਹ ਮਾਰ ਲਵਾਂ, ਪਰ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੁਝ ਤੇ ਕਹਾਂ ਛੁਪਾਵੈ। ਸੋ ਇਸ ਤਰ੍ਹਾਂ ਗੁਰਮੁਖ ਜਿਹੜੇ ਇਸ ਗੱਲ ਨੂੰ ਜਾਣਦੇ ਤੇ ਪਰਮੇਸ਼ਰ ਦੇ ਹਿੱਤ ਨੂੰ ਪਹਿਚਾਣਦੇ ਹਨ, ਉਹਦੇ ਸੁਭਾਅ ਨੂੰ ਪਹਿਚਾਣ ਲੈਂਦੇ ਹਨ। ਸੱਚ ਸ਼ਬਦ ਨੀਸਾਨ ਸੁਰਤ ਸਮਾਣੀਐ। ਸੋ ਸੱਚੇ ਸ਼ਬਦ ਦਾ ਨਿਸ਼ਾਨ ਜਿਹੜਾ ਹੈ, ਮੁਹਰ ਜਿਹੜੀ ਹੈ, ਕਿਰਪਾ ਜਿਹੜੀ ਹੈ ਸੱਚੇ ਸ਼ਬਦ ਦੇ ਦੁਆਰਾ ਉਹਨਾਂ ਨੂੰ ਮਿਲਦੀ ਹੈ। ਤੇ ਸੁਰਤ ਭਾਵ ਕਿ ਸੁਰਤ ਸਮਾਣੀ ਹੈ, ਇਹ ਸੁਰਤ ਜਿਹੜੀ ਹੈ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੇ ਅੰਦਰ, ਉਹਨਾਂ ਦੀ ਸੁਰਤ ਭਗਵੰਤ ਪਰਮੇਸ਼ਰ ਦੇ ਅੰਦਰ ਸਮਾ ਜਾਂਦੀ ਹੈ। ਇੱਕੋ ਦਰ ਦੀ ਬਾਣ ਸ਼ਬਦ ਸਿਆਣੀਐ। ਇੱਕੋ ਸਾਧ ਸੰਗਤ ਰੂਪੀ ਦਰ ਦਰਵਾਜ਼ੇ ਦੇ ਰਾਹੀਂ ਦੀ ਬਾਣ ਭਾਵ ਕਿ ਸਾਧ ਸੰਗਤ ਦੇ ਦਰਵਾਜ਼ੇ ਦਾ ਆਸਰਾ ਤੱਕ ਕੇ ਸ਼ਬਦ ਸਿਆਣੀ ਹੈ। ਗੁਰਮੁਖ ਪਿਆਰੇ ਜਿਹੜੇ ਫਿਰ ਸ਼ਬਦ ਦੇ ਦੁਆਰਾ ਉਸ ਬ੍ਰਹਮ ਨੂੰ ਪਹਿਚਾਣਦੇ ਨੇ ਤੇ ਉਸ ਬ੍ਰਹਮ ਦੇ ਅੰਦਰ ਸਮਾ ਜਾਂਦੇ ਹਨ। ਸੋ ਇਹੀ ਸਾਰੀ ਖੇਡ ਜਿਹੜੀ ਸੀ
ਭਾਈ ਲਹਿਣਾ ਜੀ ਦੇ ਜੀਵਨ ਵਿੱਚ ਵਰਤਦੀ ਹੈ ਕਿ ਸ਼ਬਦ ਦੇ ਨਾਲ ਜੁੜ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਸਾਂਝ ਕਰਕੇ ਉਸ ਕਰਤੇ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਨੂੰ ਸਾਰੀਆਂ ਥਾਵਾਂ ਤੇ ਪਹਿਚਾਨਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਕਰਤੇ ਅਕਾਲ ਪੁਰਖ ਦਾ ਰੂਪ ਪਹਿਚਾਨਿਆ। ਇਸੇ ਕਰਕੇ ਫਿਰ ਇਸ ਸ਼ਬਦ ਦੇ ਦੁਆਰਾ ਸਾਧ ਸੰਗਤ ਦੇ ਦਰਵਾਜ਼ੇ ਦੇ ਰਾਹੀਂ ਗੁਜ਼ਰ ਕੇ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਭਾਈ ਲਹਿਣਾ ਜੀ ਅਭੇਦ ਹੋ ਗਏ ਨੇ। ਤੇ ਅਭੇਦ ਵੀ ਇਸ ਤਰ੍ਹਾਂ ਹੋਏ ਕਿ ਜਿਵੇਂ ਪੌੜੀ ਦੀ ਪ੍ਰਾਰੰਭਤਾ ਪਿੱਛੇ ਕੀਤੀ ਸੀ, ਗੁਰ ਚੇਲੇ ਰਹਿਰਾਸ, ਗੁਰੂ ਤੇ ਚੇਲੇ ਦੀ ਰਹੋ ਰੀਤੀ ਸੁਭਾਅ ਏਕਤਾ, ਸਾਰਾ ਕੁਝ ਜਿਹੜਾ ਉਹ ਇੱਕ ਰੂਪ ਹੋ ਗਿਆ। ਸੋ ਇੱਥੇ ਪਾਵਨ ਤੀਸਰੀ ਵਾਰ ਦੀਆਂ 3 ਪੌੜੀਆਂ ਸੰਪੂਰਨ ਹੋਈਆਂ ਨੇ। ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ, ਹਜ਼ੂਰ ਦਾਤਾਰ ਪਾਤਸ਼ਾਹ ਤਰਸ ਕਰਨ, ਇਸ ਮਹਾਨ ਕਾਰਜ ਨੂੰ ਆਪ ਵਿੱਚ ਵਰਤ ਕੇ ਨਿਰਵਿਘਨਤਾ ਸਹਿਤ ਆਪ ਸਹਾਈ ਹੋ ਕਰਕੇ ਸੰਪੂਰਨਤਾ ਬਖਸ਼ਣ। ਅਗਾਂਹ ਤੋਂ ਦਾਤਾ ਜੀ ਸਮੱਤ ਦੀ ਦਾਤ ਦੇ ਕਰਕੇ ਅਸੀਸਾਂ ਬਖਸ਼ਿਸ਼ ਕਰਨ। ਸੱਚ ਸ਼ਬਦ ਨੀਸਾਨ ਸੁਰਤ ਸਮਾਣੀਐ, ਇੱਕੋ ਦਰ ਦੀ ਬਾਣ ਸ਼ਬਦ ਸਿਆਣੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।